ਕੰਪੇਨ ਕਿਵੇਂ ਚੱਲ ਰਹੀ ਹੈਗੀ ਹੈ ਕਿਉਂਕਿ ਦਿਨ ਥੋੜੇ ਰਹਿ ਗਏ ਨੇ, ਦਿਲ ਦੀਆਂ ਧੜਕਣਾਂ ਤੇਜ਼ ਹੋਈਆਂ ਨੇ ਜਿਵੇਂ ਜਿਵੇਂ ਟਾਈਮ ਨੇੜੇ ਆ ਰਿਹਾ। ਜ਼ਿੰਦਗੀ ਗਾਇਕੀ ਵਾਲੀ ਵੀ ਵਧੀਆ ਚੱਲ ਰਹੀ ਸੀਗੀ, ਬੜਾ ਫੇਮ ਮਿਲ ਗਿਆ ਸੀਗਾ, ਤਾਂ ਇੱਧਰਲੇ ਪਾਸੇ ਨੂੰ ਸ਼ਿਫਟ ਹੋਣ ਨੂੰ ਕਿਉਂ ਸੋਚਿਆ? ਮਾਨਸਾ ਦੇ ਵਿੱਚ ਤੁਸੀਂ ਘੁੰਮ ਵੀ ਰਹੇ ਹੈਗੇ ਹੋ, ਪ੍ਰਚਾਰ ਵੀ ਕਰ ਰਹੇ ਹੋ, ਮਾਨਸਾ ਦੇ ਵਿੱਚ ਜੰਮਪਲ ਵੀ ਹੈਗੇ ਹੋ, ਤਾਂ ਕੀ ਚੀਜ਼ਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਕਿ ਪਹਿਲ ਦੇ ਆਧਾਰ ਦੇ ਉੱਤੇ ਹੱਲ ਹੋਣ ਵਾਲੇ? ਜ਼ਿਆਦਾ ਕੋਈ ਇੱਥੇ ਸੁਣੇ ਦੀਆਂ ਕੰਧਾਂ ਨਹੀਂ ਮੰਗਦੇ ਲੋਕ, ਤਾਂ ਉਹੀ ਹੈ ਵੀ ਮੁੱਦੇ ਜਿਹੜੇ ਮੈਨੂੰ ਲੱਗਦੇ ਨੇ। ਮੈਨੂੰ ਤਾਂ ਇਹ ਲੱਗਦਾ ਵੀ ਪਹਿਲਾਂ ਤਾਂ ਸਿਹਤ ਅਤੇ ਸਿੱਖਿਆ ਦਾ ਦੋਨਾਂ ਦਾ ਧਿਆਨ ਕਰਨਾ ਜ਼ਰੂਰੀ ਹੈ ਇੱਥੇ। ਕਿ ਇਹ ਸਵਾਲ ਖੜੇ ਹੁੰਦੇ ਨੇ ਕਿ ਸੈਲੀਬ੍ਰਿਟੀ ਫੇਸ ਸਾਨੂੰ ਪਾਰਟੀਆਂ ਚੁਣ ਲੈਂਦੀਆਂ ਨੇ, ਬਾਅਦ 'ਚ ਸੈਲੀਬ੍ਰਿਟੀ ਨਜ਼ਰ ਨਹੀਂ ਆਉਂਦੇ। ਸੋ ਅਸੀਂ ਸਾਰੀ ਆਮ ਹੈ, ਤਾਂ ਯਾਨੀ ਕਿ ਪ੍ਰਚਾਰ ਇੱਕ ਤਰ੍ਹਾਂ ਦਾ ਆਮ ਆਦਮੀ ਜੋ ਆਮ ਹੋਣ ਦਾ ਯਾਨੀ ਕਿ ਆਮ ਦਾ ਕਰੈਕਟਰ ਨਿਭਾ ਰਹੇ ਨੇ, ਉਹ ਤਾਂ ਸਭ ਤੋਂ ਜ਼ਿਆਦਾ ਪੈਸੇ ਕਮਾ ਰਹੇ ਨੇ ਇਸ ਵੇਲੇ। ਪਰ ਇਹ ਡਰ ਹੈਗਾ ਕਿ ਜੇਕਰ ਇਹ ਚੀਜ਼ ਦੇ ਵਿੱਚ ਕਿਤੇ ਸਫਲਤਾ ਨਹੀਂ ਮਿਲਦੀ ਤਾਂ ਫਿਰ ਅੱਗੇ ਕੀ ਹੋਊਗਾ? ਅੱਗੇ ਕੀ ਸਿਆਸਤ ਦੇ ਨਾਲ ਹੀ ਜੁੜੇ ਰਹੋਗੇ? ਫਿਰ ਜ਼ਿੰਦਗੀ 'ਚ ਹਰੇਕ ਸਾਰੇ ਅਸੀਂ ਜਿੱਤ ਨੂੰ ਲੈ ਕੇ ਚੱਲਦੇ ਹਾਂ, ਪਰ ਇਹ ਹੱਸਾ ਹੈ, ਅਸੀਂ ਇਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੇ। ਔਰ ਅੱਜ ਕੱਲ੍ਹ ਜਿਹੜੇ ਬੱਚਿਆਂ ਦੇ ਬੁੱਲਾਂ ਦੇ ਉੱਤੇ ਬੋਲ ਹੈਗੇ ਨੇ, ਉਹ ਗਨ ਕਲਚਰ ਵਾਲੇ ਗਾਣੇ ਗੀਤ ਇਹੋ ਜਿਹੇ ਜਿਹਦੇ ਵਿੱਚ ਤੁਹਾਡੀ ਵੀ ਬਹੁਤ ਵੱਡੀ ਦੇਣ ਹੈਗੀ ਹੈ, ਤੁਸੀਂ ਵੀ ਇਹ ਗੀਤ ਗਾਏ ਹੈਗੇ ਨੇ, ਤਾਂ ਜਦੋਂ ਹੁਣ ਬਤੌਰ MLA ਬਣ ਜਾਓਗੇ ਤਾਂ ਇਹ ਚੀਜ਼ ਕੰਟੀਨਿਊ ਰਹੂਗੀ ਜਾਂ ਫਿਰ ਉਸ ਦੇ ਵਿੱਚ ਵੀ ਸੁਧਾਰ ਲੈ ਕੇ ਆਉਂਗੇ? ਉਹ ਗਾਣੇ ਚੱਲਦੇ ਕਿਉਂ ਨੇ ਜੀ? ਉਹ ਗਾਣੇ ਨੂੰ ਲੋਕ ਪਸੰਦ ਕਰਦੇ ਨੇ ਤਾਂ ਚੱਲਦੇ ਨੇ। ਸਿੰਗਰ ਵੀ ਦਿੰਦੇ ਨੇ ਨਾ, ਤਾਂ ਹੀ ਉਹ ਸੁਣਦੇ ਨੇ। ਲੋਕਾਂ ਨੂੰ ਦੇਣ ਵਾਲੇ ਵੀ ਤੁਸੀਂ ਹੈਗੇ ਹੋ, ਉਹ ਸੁਣਨ ਵਾਲੇ ਵੀ ਤਾਂ ਹੀ ਉਹੀ ਬਣ ਜਾਂਦੇ। ਜੇ ਉਹਨਾਂ ਨੇ ਮੰਗਿਆ ਤਾਂ ਦਿੰਦੇ ਆ ਨਾ, ਬਿਨਾਂ ਮੰਗ ਤੋਂ ਜੋ ਸੁਣਨੀ ਨਾ ਫਿਰ ਅਸੀਂ ਕਿਉਂ ਦੇਈਏ? ਉਹ ਜੀ 11 ਦਿਨਾਂ ਦੇ ਚਰਨਜੀਤ ਸਿੰਘ ਚੰਨੀ ਦੇ ਕੰਮਕਾਰ ਨੂੰ ਕਿਵੇਂ ਵੇਖ? ਬਹੁਤ ਵਧੀਆ ਕੰਮ, ਬਹੁਤ ਵਧੀਆ। ਦੁਬਾਰਾ ਕੀ ਲੱਗਦਾ ਕਿ ਮੁੱਖ ਮੰਤਰੀ ਦਾ ਚਿਹਰਾ ਚੰਨੀ ਉਹਨਾਂ ਨੂੰ ਦੁਬਾਰਾ ਮਿਲਣਾ ਚਾਹੀਦਾ? ਹਾਂ ਮਿਲਣਾ ਚਾਹੀਦਾ। ਹਾਂ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗਗਨਦੀਪ ਸਿੰਘ। ਇਸ ਵੇਲੇ ਅਸੀਂ ਮੌਜੂਦ ਹਾਂ ਪੰਜਾਬ ਦੀ ਸੈਲੀਬ੍ਰਿਟੀ ਸੀਟ ਮਾਨਸਾ ਦੇ ਵਿਖੇ, ਜਿੱਥੇ ਸਿੱਧੂ ਮੂਸੇਵਾਲਾ ਮੈਦਾਨ ਦੇ ਵਿੱਚ ਨੇ। ਮਾਨਸਾ ਦੀ ਜੇਕਰ ਗੱਲ ਕਰੀਏ ਤਾਂ ਮਾਨਸਾ ਦਾ ਵੀ ਆਪਣਾ ਇੱਕ ਇਤਿਹਾਸ ਰਿਹਾ ਹੈ। ਜੇਕਰ ਹਾਈ ਕਮਾਂਡ ਕਾਂਗਰਸੀਆਂ ਨੂੰ ਟਿਕਟਾਂ ਦੇਣ ਦੇ ਵਿੱਚ ਉਲਟ ਫੇਰ ਕਰ ਦਿੰਦੀ ਹੈ ਤਾਂ ਕਾਂਗਰਸੀ ਉਸ ਦਾ ਜਵਾਬ ਆਪਣੇ ਤਰੀਕੇ ਨਾਲ ਦਿੰਦੇ ਨੇ। ਇਸ ਵਾਰ ਮੈਦਾਨ ਦੇ ਵਿੱਚ ਸਿੱਧੂ ਮੂਸੇਵਾਲਾ ਨੇ। ਚੁਣੌਤੀਆਂ ਬਹੁਤ ਨੇ, ਤਾਂ ਕੀ ਉਹਨਾਂ ਚੁਣੌਤੀਆਂ ਨੂੰ ਹੱਲ ਕਰ ਪਾਉਣਗੇ? ਗੱਲਬਾਤ ਕਰਦੇ ਹਾਂ। ਸਿੱਧੂ, ਸਵਾਗਤ ਹੈ ਪ੍ਰੋ ਪੰਜਾਬ ਤੇ। ਥੈਂਕ ਯੂ ਵੈਰੀ ਮਚ। ਜਿਵੇਂ ਮੈਂ ਜ਼ਿਕਰ ਕੀਤਾ ਕਿ ਮਾਨਸਾ ਦਾ ਇੱਕ ਆਪਣਾ ਇਤਿਹਾਸ ਰਿਹਾ ਹੈ, ਜਦੋਂ ਵੀ ਕਾਂਗਰਸੀਆਂ ਨੂੰ ਲੱਗਦਾ ਹੈ ਕਿ ਹਾਈ ਕਮਾਂਡ ਉਲਟ ਫੇਰ ਕਰ ਦਿੰਦੀ ਹੈ, ਆਪਣੇ ਤਰੀਕੇ ਨਾਲ ਜਵਾਬ ਦਿੰਦੀ ਹੈ, ਤਾਂ ਸਭ ਤੋਂ ਪਹਿਲਾਂ ਕੀ ਉਲਟ ਫੇਰ ਨੂੰ ਹੁਣ ਕੰਟਰੋਲ ਕਰ ਲਿਆ ਸਿੱਧੂ ਨੇ? ਸਾਰਿਆਂ ਨੂੰ ਨਾਲ ਲੈ ਲਿਆ ਗਲਵੱਕੜੀ ਦੇ ਵਿੱਚ? ਹਾਂ ਕੋਸ਼ਿਸ਼ ਚੱਲੀ ਜਾਂਦੀ ਹੈ, ਆਲਮੋਸਟ ਹੋ ਹੀ ਗਿਆ ਸਾਰਾ, ਤੇ ਬਾਕੀ ਲੈ ਲਾਂਗੇ ਸਾਰਿਆਂ ਨੂੰ ਗਲਵੱਕੜੀ 'ਚ। ਆਪਾਂ ਤਾਂ ਪਹਿਲੇ ਦਿਨ ਹੀ ਕਹਿ ਰਹੇ ਸੀ ਵੀ ਅਸੀਂ ਗਲਵੱਕੜੀ ਦੇ ਵਿੱਚ ਲੈਣਾ ਭਾਈ, ਅਸੀਂ ਨਾਲ ਲੈ ਕੇ ਚੱਲਣਾ ਚਾਹੁੰਦੇ। ਸੋ ਕੋਸ਼ਿਸ਼ਾਂ ਜਾਰੀ ਨੇ। ਕੰਪੇਨ ਕਿਵੇਂ ਚੱਲ ਰਹੀ ਹੈਗੀ ਹੈ ਕਿਉਂਕਿ ਦਿਨ ਥੋੜੇ ਰਹਿ ਗਏ ਨੇ, ਦਿਲ ਦੀਆਂ ਧੜਕਣਾਂ ਤੇਜ਼ ਹੋਈਆਂ ਨੇ ਜਿਵੇਂ ਜਿਵੇਂ ਟਾਈਮ ਨੇੜੇ ਆ ਰਿਹਾ? ਹਾਂ ਮਿਹਨਤ ਕਰ ਰਹੇ ਹੈਗੇ, ਦਿਨ ਘਟੀ ਜਾਂਦੇ ਨੇ, ਮਿਹਨਤ ਜਾਰੀ ਹੈਗੀ ਤੇ ਕੋਸ਼ਿਸ਼ ਪੂਰੀ ਹੈਗੀ, ਤੇ ਲਾਈ ਜਾਂਦੇ ਜ਼ੋਰ ਜੀ ਪੂਰਾ। ਜ਼ੋਰ ਗਾਇਕੀ ਤੋਂ ਬਾਅਦ ਹੁਣ ਸਿਆਸਤ ਵਾਲਾ ਕਿਵੇਂ ਲੱਗ ਰਿਹਾ ਹੈਗਾ? ਤਾਂ ਕੀ ਇਹ ਪਲਾਨ ਪਹਿਲਾਂ ਹੀ ਸੀਗਾ ਸਿੱਧੂ, ਕੀ ਸੋਚਿਆ ਹੀ ਹੋਇਆ ਸੀ ਕਿ ਇੱਧਰ ਸਿਆਸਤ ਵਾਲੇ ਪਾਸੇ ਆਉਣਾ ਹੈ, ਜਾਂ ਫਿਰ ਜ਼ਿੰਦਗੀ ਗਾਇਕੀ ਵਾਲੀ ਵੀ ਵਧੀਆ ਚੱਲ ਰਹੀ ਸੀਗੀ, ਬੜਾ ਫੇਮ ਮਿਲ ਗਿਆ ਸੀਗਾ, ਤਾਂ ਇੱਧਰਲੇ ਪਾਸੇ ਨੂੰ ਸ਼ਿਫਟ ਹੋਣ ਨੂੰ ਕਿਉਂ ਸੋਚਿਆ? ਨਹੀਂ ਸ਼ਿਫਟ ਨਹੀਂ, ਪਤਾ ਕੀ ਗੱਲ ਹੈਗੀ, ਸਾਰੀਆਂ ਚੀਜ਼ਾਂ ਫਾਇਦੇ ਵਾਸਤੇ ਨਹੀਂ ਹੁੰਦੀਆਂ ਜਾਂ ਬਿਜ਼ਨਸ ਲਈ ਨਹੀਂ ਹੁੰਦੀਆਂ। ਹੁਣ ਪਤਾ ਕੀ ਗੱਲ ਹੈ, ਇਸੇ ਇਲਾਕੇ ਦੇ ਵਿੱਚ ਹੀ ਮੈਂ ਰਹਿਣਾ, ਇਸੇ ਦੇ ਵਿੱਚ ਹੀ ਜਿਹੜੇ ਲੋਕ ਜਿਨ੍ਹਾਂ ਲਈ ਮੈਂ ਗੱਲ ਕਰ ਰਿਹਾ ਉਹ ਰਹਿ ਰਹੇ ਨੇ, ਹੈ ਨਾ। ਸਾਡੇ ਮਸਲੇ ਤਾਂ ਸੇਮ ਹੀ ਨਹੀਂ ਨਾ, ਮੁੱਦੇ ਤਾਂ ਸੇਮ ਹੀ ਨਹੀਂ। ਜੇ ਹੁਣ ਤੁਹਾਡੇ ਕੋਲ ਵਕਤ ਹੈ, ਤੁਹਾਡਾ ਸਰੀਰ ਇਜਾਜ਼ਤ ਦਿੰਦਾ, ਤੁਹਾਡੇ ਕੋਲ ਟਾਈਮ ਹੈ, ਤਾਂ ਫਿਰ ਤੁਸੀਂ ਕਿਉਂ ਨਾ ਕੰਟਰੀਬਿਊਟ ਕਰੋ ਜੋ ਅਸੀਂ ਕੁਛ ਨਾ ਕੁਛ ਬੈਟਰਮੈਂਟ ਕਰ ਸਕਦੇ। ਤਾਂ ਮੇਰਾ ਤਾਂ ਮੋਟਿਵ ਇਹ ਸੀਗਾ। ਤਾਂ ਕੀ ਮੁੱਖ ਤੌਰ ਦੇ ਉੱਤੇ ਤੁਹਾਨੂੰ ਇੱਥੇ ਸਮੱਸਿਆਵਾਂ ਸਮਝ ਆਈਆਂ? ਮਾਨਸਾ ਦੇ ਵਿੱਚ ਤੁਸੀਂ ਘੁੰਮ ਵੀ ਰਹੇ ਹੈਗੇ ਹੋ, ਪ੍ਰਚਾਰ ਵੀ ਕਰ ਰਹੇ ਹੋ, ਮਾਨਸਾ ਦੇ ਵਿੱਚ ਜੰਮਪਲ ਵੀ ਹੈਗੇ ਹੋ, ਤਾਂ ਕੀ ਚੀਜ਼ਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਕਿ ਪਹਿਲ ਦੇ ਆਧਾਰ ਦੇ ਉੱਤੇ ਹੱਲ ਹੋਣ ਵਾਲੀਆਂ? ਨਹੀਂ ਇੱਥੇ ਮਸਲੇ ਪਤਾ ਕੀ ਹੈ, ਕੋਈ ਜ਼ਿਆਦਾ ਕੋਈ ਇੱਥੇ ਸੁਣੇ ਦੀਆਂ ਕੰਧਾਂ ਨਹੀਂ ਮੰਗਦੇ ਲੋਕ, ਤਾਂ ਉਹੀ ਹੈ ਵੀ ਮੁੱਦੇ ਜਿਹੜੇ ਮੈਨੂੰ ਲੱਗਦੇ ਨੇ। ਮੈਨੂੰ ਤਾਂ ਇਹ ਲੱਗਦਾ ਵੀ ਪਹਿਲਾਂ ਤਾਂ ਸਿਹਤ ਅਤੇ ਸਿੱਖਿਆ ਦਾ ਦੋਨਾਂ ਦਾ ਧਿਆਨ ਕਰਨਾ ਜ਼ਰੂਰੀ ਹੈ। ਇੱਥੇ ਕੈਂਸਰ ਦੀ ਬਹੁਤ ਬੜੀ ਪ੍ਰੋਬਲਮ ਹੈ, ਵੀ ਕੁਛ ਨਾ ਕੁਛ ਇਹਦੇ ਬਾਬਤ ਕੁਛ ਨਾ ਕੁਛ ਕਰਿਆ ਜਾਵੇ, ਹੈ ਨਾ। ਵੀ ਥੋੜ੍ਹਾ ਬਹੁਤ ਵੀ ਕੁਛ ਨਾ ਕੁਛ ਅਸੀਂ ਇੰਪਰੂਵਮੈਂਟ ਕਰ ਸਕੀਏ ਜੇ ਸੁਣ ਕਰਨ। ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਸਿਹਤ ਤੇ ਸਿੱਖਿਆ ਦੀ ਸਹੂਲਤ ਜਿਹੜੀ ਹੈਗੀ ਔਰ ਇਹ ਹੱਲ ਕਰਨੀ ਚਾਹੀਦੀ, ਔਰ ਉੱਥੇ ਦੂਸਰੇ ਪਾਸੇ ਜਿਹੜੇ ਤੁਹਾਡੇ ਸਾਹਮਣੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੀ, ਮੈਂ ਖਾਸ ਤੌਰ ਦੇ ਉੱਤੇ ਗੱਲ ਕਰਾਂ, ਉਹ ਵੀ ਇਹੀ ਗੱਲ ਕਹਿੰਦੀ ਅਸੀਂ ਵੀ ਸਿਹਤ ਸਹੂਲਤਾਂ ਦੇ ਵਿੱਚ ਬਦਲਾਵ ਲੈ ਕੇ ਆਉਣਾ ਹੈ, ਅਸੀਂ ਵੀ ਸਿੱਖਿਆ ਸਹੂਲਤਾਂ ਦਿੱਲੀ ਮਾਡਲ ਵਾਲੀਆਂ ਪੇਸ਼ ਕਰਨੀਆਂ। ਤਾਂ ਲੱਗਦਾ ਹੈ ਕਿ ਇਸ ਵੇਲੇ ਚੁਣੌਤੀ ਆਪ ਦੇ ਨਾਲ ਹੀ ਤੁਹਾਨੂੰ ਨਜ਼ਰ ਆ ਰਹੀ ਹੈਗੀ ਹੈ, ਜਾਂ ਅਕਾਲੀ ਦਲ ਦਾ ਵੀ ਜਾਂ ਹੋਰ ਪਾਰਟੀਆਂ ਦਾ ਵੀ ਉਮੀਦਵਾਰ ਤੁਹਾਨੂੰ ਹਾਵੀ ਲੱਗ ਰਹੇ ਨੇ? ਦੇਖੋ ਜੀ, ਵੋਟਿੰਗ ਸਿਸਟਮ ਹੈ, ਇਹਦੇ 'ਚ ਸਾਰੀ ਇੱਕ ਦੂਜੇ ਦੇ ਸਾਹਮਣੇ, ਕਿਸੇ ਨੂੰ ਘੱਟ ਸਮਝਣਾ ਓਵਰ ਕੌਨਫੀਡੈਂਸ ਵਾਲੀ ਗੱਲ ਹੈ।
ਪਰ ਵੀ ਇਹ ਗੱਲ ਹੈ ਵੀ ਸਾਡਾ ਤਾਂ ਮਕਸਦ, ਸਾਡਾ ਮੁਕਾਬਲਾ ਕਿਸੇ ਪਾਰਟੀ ਨਾਲ ਨਹੀਂ, ਸਾਡਾ ਤਾਂ ਸਾਡੇ ਮਸਲਿਆਂ ਨਾਲ ਹੈ। ਕੋਈ ਵੀ ਉਹਨੂੰ ਕਰਦਾ ਹੱਲ ਤਾਂ ਸਾਡੇ ਲਈ ਤਾਂ ਵੈਲ ਐਂਡ ਗੁੱਡ ਆ, ਚਾਹੇ ਮੈਂ ਕਰਦਾ ਚਾਹੇ ਉਹ ਕਰ ਦੇਣ। ਕਿਉਂਕਿ ਆਮ ਆਦਮੀ ਪਾਰਟੀ ਜ਼ਿਕਰ ਕਰਦੀ ਹੈ ਨਾ ਕਿ ਅਸੀਂ ਦਿੱਲੀ ਮਾਡਲ ਲਾਗੂ ਕਰ ਦਾਂਗੇ, ਤਾਂ ਜਦੋਂ ਉਹ ਵੀ ਇਹਨਾਂ ਮੁੱਦਿਆਂ ਦੇ ਉੱਤੇ ਹੀ ਪ੍ਰਚਾਰ ਕਰ ਰਹੇ ਨੇ, ਜਿਹੜੇ ਤੁਸੀਂ ਗੱਲਾਂ ਕਹਿ ਰਹੇ ਹੈਗੇ ਹੋ, ਤਾਂ ਲੱਗਦਾ ਨਹੀਂ ਜਿਹੜੇ ਚੀਜ਼ ਲੋਕਾਂ ਨੇ ਦੇਖੀ ਹੋਈ ਹੈ ਤਾਂ ਉਸ ਦੇ ਵੱਲ ਕਿਤੇ ਪ੍ਰਭਾਵਿਤ ਨਾ ਹੋ ਜਾਣ? ਪਤਾ ਕੀ ਗੱਲ ਹੈ, ਦਿੱਲੀ ਤੇ ਪੰਜਾਬ ਦੇ ਹਾਲਾਤ ਡਿਫਰੈਂਟਸ ਨੇ, ਠੀਕ ਹੈ, ਬਹੁਤ ਜ਼ਿਆਦਾ ਫਰਕ ਹੈ, ਗੂੜਾ ਫਰਕ ਹੈ ਦਿੱਲੀ ਤੇ। ਜੇ ਆਪਾਂ ਕਹਾਂਗੇ ਵੀ ਦਿੱਲੀ ਮਾਡਲ ਨੂੰ ਪੰਜਾਬ 'ਚ ਅਪਲਾਈ ਕਰ ਦਾਂਗੇ, ਠੀਕ ਹੈ ਜੀ, ਉਹਨਾਂ ਨੂੰ ਲੱਗਦਾ, ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਵਾਜਬ ਤਰੀਕਾ ਹੈ। ਕਿਉਂਕਿ ਆਮ ਆਦਮੀ ਪਾਰਟੀ ਇਹ ਪ੍ਰਚਾਰ ਕਰਦੀ ਹੈ ਅਸੀਂ ਆਮ ਹੈਗੇ ਹਾਂ, ਹਾਲਾਂਕਿ ਤੁਹਾਡੀ ਵੀ ਆਪਾਂ ਜੇਕਰ ਗੱਲ ਕਰੀਏ ਤੁਸੀਂ ਆਮ ਘਰ ਤੋਂ ਹੀ ਇਸ ਮੁਕਾਮ ਦੇ ਉੱਤੇ ਪਹੁੰਚੇ ਹੈਗੇ ਹੋ। ਅਸੀਂ ਹੁਣੇ ਮਾਤਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਕੇ ਆਏ, ਇੰਟਰਵਿਊ ਕਰਕੇ ਆਏ, ਜਿਸ ਤਰੀਕੇ ਦੇ ਨਾਲ ਉਹਨਾਂ ਦਾ ਰਹਿਣ ਸਹਿਣ, ਜਿਸ ਤਰੀਕੇ ਨਾਲ ਉਹ ਘੁੰਮ ਫਿਰ ਰਹੇ ਹੈਗੇ ਨੇ, ਤਾਂ ਕੀ ਲੱਗਦਾ ਤੁਸੀਂ ਇਹ ਮੈਸੇਜ ਲੋਕਾਂ ਤੱਕ ਪਹੁੰਚਾ ਪਾਏ ਹੋ ਕਿ ਹਾਂ ਸਿੱਧੂ ਤੁਹਾਡੇ ਵਰਗਾ ਹੀ ਹੈਗਾ, ਸਿੱਧੂ ਕੋਈ ਸਟਾਰ ਨਹੀਂ ਹੈਗਾ ਔਰ ਸਿੱਧੂ ਤੁਹਾਡੇ ਵਿੱਚ ਹੀ ਰਹੂਗਾ? ਕਿਉਂਕਿ ਇਹ ਸਵਾਲ ਖੜੇ ਹੁੰਦੇ ਨੇ ਕਿ ਸੈਲੀਬ੍ਰਿਟੀ ਫੇਸ ਸਾਨੂੰ ਪਾਰਟੀਆਂ ਚੁਣ ਲੈਂਦੀਆਂ ਨੇ, ਬਾਅਦ 'ਚ ਸੈਲੀਬ੍ਰਿਟੀ ਨਜ਼ਰ ਨਹੀਂ ਆਉਂਦੇ। ਤੁਸੀਂ ਇਹ ਪ੍ਰਸੈਪਸ਼ਨ ਲੋਕਾਂ ਦੀ ਤੋੜ ਪਾਏ ਹੋ ਕਿ ਸਿੱਧੂ ਤੁਹਾਡੇ ਵਰਗਾ ਹੀ ਹੈ? ਮੈਂ ਤਾਂ ਇਹੀ ਗੱਲ, ਮੇਰਾ ਜ਼ੋਰ ਹੀ ਇਸ ਗੱਲ ਤੇ ਲੱਗਿਆ ਹੋਇਆ ਵੀ ਭਾਈ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਵੀ ਆਮ ਬੰਦਾ ਮੰਨਦੇ ਕੀ ਨੂੰ ਹੋ ਤੁਸੀਂ? ਕੀ ਆਮ ਬੰਦਾ ਜੇ ਤਰੱਕੀ ਕਰਕੇ 4 ਪੈਸੇ ਕਮਾ ਲਊ, ਕੀ ਆਮ ਬੰਦੇ ਦਾ ਤਰੱਕੀ ਕਰਨ ਦਾ ਹੱਕ ਨਹੀਂ? ਤੇ ਉਹ ਤੋਂ ਬਾਅਦ ਜੇ ਆਮ ਬੰਦਾ ਤਰੱਕੀ ਕਰ ਲੈਂਦਾ ਹੈ ਤੇ ਉਹ ਵਾਪਸ ਆਪਦੇ ਪਿੰਡ ਆਉਣਾ ਚਾਹੁੰਦਾ ਹੈ ਤੇ ਆਪਦੇ ਪਿੰਡ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ, ਕਿ ਉਹ ਆਮ ਬੰਦਾ ਨਹੀਂ ਰਹਿੰਦਾ? ਯਾਰ ਅਸੀਂ ਆਮ ਹੀ ਆ ਸਾਰੇ, ਆਮ ਬੰਦੇ 'ਚ ਕੀ ਕੁਆਲਿਟੀ ਹੁੰਦੀ? ਜੇ ਬੰਦਾ ਗਰੀਬ ਹੈ ਤਾਂ ਉਹ ਆਮ ਬੰਦਾ, ਅਸੀਂ ਸਾਰੇ ਆਮ ਆ, ਮੈਂ ਵੀ ਆਮ ਆ। ਹੁਣ ਇਹਦਾ ਕਿਸੇ ਦੀ ਕਿਸਮਤ ਦੀ ਗਰੰਟੀ ਕਿਹਦੇ ਕੋਲੇ ਹੈ, ਕਦੋਂ ਕਿ ਚਮਕ ਜਾਣਾ, ਇਹ ਨਹੀਂ ਪਤਾ ਕਿਸੇ ਦਾ ਨਸੀਬ ਜਿਹੜਾ ਹੈ ਨਾ, ਵੀ ਨਸੀਬ ਦਾ ਦਿੱਤਾ ਖਾ ਰਹੇ ਹਾਂ ਅਸੀਂ, ਪਰ ਇਹਦਾ ਮਤਲਬ ਇਹ ਥੋੜ੍ਹੀ ਆਮ ਖਾਸ ਵਾਲਾ ਕੀ ਲੱਗਿਆ ਤੁਹਾਨੂੰ ਮੇਰੇ 'ਚ? ਸੋ ਅਸੀਂ ਸਾਰੇ ਆਮ ਹੈ, ਤਾਂ ਯਾਨੀ ਕਿ ਪ੍ਰਚਾਰ ਹੈ ਇੱਕ ਤਰ੍ਹਾਂ ਦਾ ਆਮ ਆਦਮੀ ਜੋ ਆਮ ਹੋਣ ਦਾ, ਯਾਨੀ ਕਿ ਆਮ ਦਾ ਕਰੈਕਟਰ ਨਿਭਾ ਰਹੇ ਨੇ, ਉਹ ਤਾਂ ਸਭ ਤੋਂ ਜ਼ਿਆਦਾ ਪੈਸੇ ਕਮਾ ਰਹੇ ਨੇ ਇਸ ਵੇਲੇ। ਹਾਂ, ਸੋ ਉਹੀ ਗੱਲ ਹੈ ਵੀ ਇਹ ਚੀਜ਼ਾਂ ਥੋੜ੍ਹੀ ਹੁੰਦੀਆਂ ਬਈ, ਸਾਰੇ ਆਮ ਘਰਾਂ ਦੇ ਮੁੰਡੇ ਹੀ ਆ ਅਸੀਂ ਸਾਰਾ। ਹਾਂ, ਨੌਜਵਾਨ ਬਹੁਤ ਤੁਹਾਨੂੰ ਫੋਲੋ ਕਰਦਾ ਹੈਗਾ, ਅਤੇ ਜੇ ਮੈਂ ਗੱਲ ਕਰਾਂ ਮਾਨਸਾ ਤੋਂ ਉੱਪਰ ਉੱਠ ਕੇ, ਕਿਉਂਕਿ ਜੇ ਤੁਸੀਂ ਚੁਣੇ ਜਾਂਦੇ ਹੋ ਤਾਂ ਵਿਧਾਇਕ ਹੋਵੋਗੇ, ਤਾਂ ਆਲ ਓਵਰ ਪੰਜਾਬ ਤੁਹਾਨੂੰ ਨੌਜਵਾਨਾਂ ਦੀ ਕੀ ਚੀਜ਼ਾਂ ਸਮਝ ਆਉਂਦੀਆਂ ਨੇ? ਕਿਉਂਕਿ ਤੁਸੀਂ ਵੀ ਹਾਲਾਂਕਿ ਬਾਹਰ ਭਾਵੇਂ ਜਾ ਕੇ ਆਏ ਹੈਗੇ ਹੋ, ਬ੍ਰੇਨ ਡਰੇਨ ਬਹੁਤ ਹੋ ਰਿਹਾ ਸਿੱਧੂ ਪੰਜਾਬ ਦੇ ਵਿੱਚ, ਬਹੁਤ ਸਾਰੇ ਨੌਜਵਾਨ ਜਿਹੜੇ ਨੇ ਵਿਦੇਸ਼ਾਂ ਨੂੰ ਭੱਜ ਰਹੇ ਨੇ, ਹਰ ਇੱਕ ਦਾ ਸੁਪਨਾ ਇਹ ਹੈ ਕਿ ਮੈਂ ਕੈਨੇਡਾ ਚਲਾ ਜਾਵਾਂ। ਇਹਨੂੰ ਰੋਕਣ ਦੇ ਲਈ ਤੁਸੀਂ ਕੀ ਉਪਰਾਲੇ ਕਰ ਸਕਦੇ ਹੈਗੇ? ਕੁਛ ਨਹੀਂ ਆ, ਮੈਂ ਤਾਂ ਯਾਰ ਮੈਂ ਕਿਉਂ ਰੋਕੂੰਗਾ? ਪਹਿਲੀ ਗੱਲ ਤਾਂ ਨਹੀਂ, ਮੈਂ ਜਿਹਦਾ ਮਨ ਆ ਉਹ ਜਾਊਗਾ, ਪਰ ਜੇ ਇੱਥੇ ਥੋੜ੍ਹੇ ਜਿਹੇ ਹਾਲਾਤ ਇਹੋ ਜਿਹੇ ਬਣਾ ਦੇਣ ਵੀ ਮਜਬੂਰੀ ਬਸ ਨਾ ਕੋਈ ਜਾਵੇ, ਸ਼ੌਂਕ ਵਜੋਂ ਜਾਂਦੇ ਆ ਤਾਂ ਜਾਓ, ਉਹ 'ਚ ਕੋਈ ਮਾੜੀ। ਮਜਬੂਰੀ ਵਾਸਤੇ ਗਿਆ ਸੀਗਾ ਜਾਂ ਸ਼ੌਂਕ ਵਜੋਂ ਗਿਆ ਸੀ? ਘਰਦਿਆਂ ਨੇ ਭੇਜਿਆ ਸੀਗਾ ਜੀ, ਮੇਰੀ ਤਾਂ ਮਜਬੂਰੀ ਹੋਈ ਲਾ ਲਓ ਇੱਕ ਕਾਈਂਡ ਆਫ, ਜਦੋਂ ਘਰ ਦੇ ਤੁਹਾਨੂੰ ਕਹਿੰਦੇ ਨੇ ਬੇਟਾ ਜਾ ਤੂੰ, ਹੈ ਨਾ। ਸੋ ਮੈਂ ਤਾਂ ਮਜਬੂਰੀ ਬਸ ਹੀ ਗਿਆ ਸੀ, ਫਿਰ ਮੈਂ ਆ ਗਿਆ। ਜਦੋਂ ਮੇਰੀ ਉਹ ਮਜਬੂਰੀ ਖਤਮ ਹੋ ਗਈ, ਜਦੋਂ ਮੈਂ ਸੋਰਸਸ ਪੈਦਾ ਕਰ ਲਏ ਤਾਂ ਮੈਂ ਆ ਗਿਆ। ਕੋਈ ਡਰ ਹੈਗਾ ਦਿਲ ਦੇ ਵਿੱਚ ਕਿ ਚਲੋ ਅਸੀਂ ਤਾਂ ਇਹ ਕਾਮਨਾ ਕਰਦੇ ਹੈਗੇ ਹਾਂ ਕਿ ਜਿਹੜਾ ਵੀ ਕੋਈ ਮੈਦਾਨ ਦੇ ਵਿੱਚ ਉਤਰਦਾ ਹੈ ਉਹ ਜਿੱਤ ਹੀ ਹਾਸਲ ਕਰੇ, ਪਰ ਇਹ ਡਰ ਹੈਗਾ ਕਿ ਜੇਕਰ ਇਹ ਚੀਜ਼ ਦੇ ਵਿੱਚ ਕਿਤੇ ਸਫਲਤਾ ਨਹੀਂ ਮਿਲਦੀ ਤਾਂ ਫਿਰ ਅੱਗੇ ਕੀ ਹੋਊਗਾ? ਅੱਗੇ ਕੀ ਸਿਆਸਤ ਦੇ ਨਾਲ ਹੀ ਜੁੜੇ ਰਹੋਗੇ ਫਿਰ? ਸਫਲਤਾ ਅਸਫਲਤਾ ਜ਼ਿੰਦਗੀ ਦੇ 2 ਪਹਿਲੂ ਨੇ ਵੀਰੇ। ਜ਼ਿੰਦਗੀ ਦੇ ਵਿੱਚ ਹਰੇਕ ਬੰਦਾ ਜਿੱਤ ਦੀ ਕਾਮਨਾ ਕਰਦਾ, ਹਰੇਕ ਬੰਦਾ ਚਾਹੁੰਦਾ ਵੀ ਮੇਰੀ ਕਦੇ ਹਾਰ ਨਾ ਹੋਵੇ। ਜ਼ਿੰਦਗੀ 'ਚ ਸਾਰੇ ਅਸੀਂ ਜਿੱਤ ਨੂੰ ਲੈ ਕੇ ਚੱਲਦੇ ਹਾਂ, ਪਰ ਇਹ ਹੱਸਾ ਹੈ, ਅਸੀਂ ਇਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੇ ਕਦੇ। ਅੱਛਾ, ਲੋਕ ਕਿਵੇਂ ਮਿਲਦੇ ਨੇ? ਬਤੌਰ ਇੱਕ ਸਿਆਸਤਦਾਨ ਤੁਹਾਨੂੰ ਦੇਖਦੇ ਪਏ ਨੇ ਜਾਂ ਇੱਕ ਸੈਲੀਬ੍ਰਿਟੀ ਦੇਖ ਰਹੇ ਨੇ ਕਿ ਹਾਂ ਸਿੱਧੂ ਆ ਗਿਆ? ਜਿਵੇਂ ਹੁਣ ਅਸੀਂ ਵੀ ਦੇਖ ਰਹੇ ਹਾਂ ਬਾਹਰ ਇੱਕ ਬੱਚਿਆਂ ਦੇ ਵਿੱਚ ਕਰੇਜ਼ ਹੈ, ਲੋਕਾਂ ਦੇ ਵਿੱਚ ਕਰੇਜ਼ ਨਜ਼ਰ ਆ ਰਿਹਾ ਹੈ, ਇਹ ਬਤੌਰ ਸਿਆਸਤਦਾਨ ਵਾਲਾ ਹੈਗਾ ਜਾਂ ਇਹ ਇੱਕ ਸੈਲੀਬ੍ਰਿਟੀ ਨੂੰ ਦੇਖ ਕੇ ਲੋਕਾਂ ਦੇ ਮਨਾਂ 'ਚ ਖੁਸ਼ੀ ਹੈਗੀ ਹੈ? ਨਹੀਂ, ਇਹ ਦੋਨੇ ਪੱਖ ਹੀ ਨੇ ਤੇ ਬੱਚੇ ਐਜ਼ ਅ ਸੈਲੀਬ੍ਰਿਟੀ ਦੇਖ ਰਹੇ ਨੇ, ਬਜ਼ੁਰਗ ਐਜ਼ ਅ ਪੋਲੀਟੀਸ਼ੀਅਨ ਦੇਖ ਰਹੇ ਨੇ। ਸੋ ਰਲਮਾ ਮਿਲਮਾ ਐਕਸਪੀਰੀਅੰਸ ਹੈ, ਰਲਮਾ ਮਿਲਮਾ। ਕਿਸੇ ਸਿਆਣੇ ਨੇ ਕਿਹਾ, ਕਹਿੰਦੇ ਜੇ ਪੰਜਾਬ ਨੂੰ ਕਿਸੇ ਵੀ ਚੀਜ਼ ਨੂੰ ਸਮਝਣਾ ਹੋਵੇ ਤਾਂ ਉੱਥੇ ਦੇ ਜੋ ਬੱਚਿਆਂ ਦੇ ਬੁੱਲਾਂ ਦੇ ਉੱਤੇ ਬੋਲ ਹੋਣ ਉਹਨੂੰ ਤੁਸੀਂ ਸਮਝ ਲਓ। ਔਰ ਅੱਜ ਕੱਲ੍ਹ ਜਿਹੜੇ ਬੱਚਿਆਂ ਦੇ ਬੁੱਲਾਂ ਦੇ ਉੱਤੇ ਬੋਲ ਹੈਗੇ ਨੇ ਉਹ ਗਨ ਕਲਚਰ ਵਾਲੇ ਗਾਣੇ ਗੀਤ ਇਹੋ ਜਿਹੇ, ਜਿਹਦੇ ਵਿੱਚ ਤੁਹਾਡੀ ਵੀ ਬਹੁਤ ਵੱਡੀ ਦੇਣ ਹੈਗੀ ਹੈ, ਤੁਸੀਂ ਵੀ ਇਹ ਗੀਤ ਗਾਏ ਹੈਗੇ ਨੇ, ਤਾਂ ਜਦੋਂ ਹੁਣ ਬਤੌਰ MLA ਬਣ ਜਾਓਗੇ ਤਾਂ ਇਹ ਚੀਜ਼ ਕੰਟੀਨਿਊ ਰਹੂਗੀ ਜਾਂ ਫਿਰ ਉਸ ਦੇ ਵਿੱਚ ਵੀ ਸੁਧਾਰ ਲੈ ਕੇ ਆਓਗੇ? ਉਹ ਗਾਣੇ ਚੱਲਦੇ ਕਿਉਂ ਨੇ ਜੀ? ਉਹ ਗਾਣੇ ਨੂੰ ਲੋਕ ਪਸੰਦ ਕਰਦੇ ਨੇ ਤਾਂ ਚੱਲਦੇ ਨੇ। ਕਹਿੰਦੇ ਸਿੰਗਰ ਵੀ ਦਿੰਦੇ ਨੇ ਨਾ ਤਾਂ ਹੀ ਉਹ ਸੁਣਦੇ ਨੇ, ਲੋਕਾਂ ਨੂੰ ਦੇਣ ਵਾਲੇ ਵੀ ਤੁਸੀਂ ਹੈਗੇ ਹੋ, ਉਹ ਸੁਣਨ ਵਾਲੇ ਵੀ ਤਾਂ ਹੀ ਉਹੀ ਬਣ ਜਾਂਦੇ। ਜੇ ਉਹਨਾਂ ਨੇ ਮੰਗਿਆ ਤਾਂ ਦਿੰਦੇ ਆ ਨਾ, ਬਿਨਾਂ ਮੰਗ ਤੋਂ ਜੋ ਸੁਣਨੀ ਨਾ ਫਿਰ ਅਸੀਂ ਕਿਉਂ ਦੇਈਏ ਇਹੋ ਜਿਹੇ ਗਾਣੇ? ਸੋ ਹੱਥ ਨੂੰ ਹੱਥ ਹੈ, ਗੱਲਾਂ ਬਣਾਈਆਂ ਹੋਈਆਂ ਨੇ, ਤੇ ਜੇ ਜਿੰਨੀ ਮਰਜ਼ੀ ਬਹਿਸ ਕਰਨੀ ਹੋਵੇ ਅਸੀਂ ਕਰ ਸਕਦੇ ਹਾਂ, ਪਰ ਕੋਈ ਇਹਨਾਂ ਚੀਜ਼ਾਂ ਦਾ ਫਾਇਦਾ ਨਹੀਂ ਹੈ। ਅੱਛਾ, ਲੋਕਾਂ ਦੇ ਵਿੱਚ ਕੀ ਗੱਲਾਂ ਲੈ ਕੇ ਜਾ ਰਹੇ ਹੋ? ਕੰਮਕਾਰ ਕਾਂਗਰਸ ਸਰਕਾਰ ਦੇ ਵੀ ਲੈ ਕੇ ਜਾ ਰਹੇ ਹੋ, 111 ਦਿਨਾਂ ਦਾ ਕਾਰਜਕਾਲ ਲੈ ਕੇ ਜਾ ਰਹੇ ਹੋ ਜਾਂ 5 ਸਾਲਾਂ ਦਾ ਕਾਰਜਕਾਲ ਲੈ ਕੇ ਜਾ ਰਹੇ ਹੋ? ਸਾਰੀਆਂ ਗੱਲਾਂ ਹੀ ਲੈ ਕੇ ਚੱਲੇ ਹਾਂ ਜੀ। ਸਾਡੀਆਂ ਦੇਖੋ, ਸਾਡੇ ਡਰਾਬੈਕਸ ਵੀ ਰਹੇ ਨੇ, ਲਿਮਿਟੇਸ਼ਨਸ ਵੀ ਰਹੀਆਂ ਨੇ, ਪਰ ਅਸੀਂ ਸਾਡੇ ਪੋਜ਼ਿਟਿਵ ਪੱਖ ਵੀ ਲੈ ਕੇ ਜਾ ਰਹੇ ਹਾਂ। ਸਾਰਾ ਕੁਝ 111 ਦਿਨਾਂ ਦੇ ਚਰਨਜੀਤ ਸਿੰਘ ਚੰਨੀ ਦੇ ਕੰਮਕਾਰ ਨੂੰ ਕਿਵੇਂ ਵੇਖਦੇ? ਬਹੁਤ ਵਧੀਆ ਕੰਮ, ਬਹੁਤ ਵਧੀਆ ਕੰਮ।
ਦੁਬਾਰਾ ਕੀ ਲੱਗਦਾ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਮਿਲਣਾ ਚਾਹੀਦਾ ਉਹਨਾਂ ਚੰਨੀ ਉਹਨਾਂ ਨੂੰ ਦੁਬਾਰਾ ਮਿਲਣਾ ਚਾਹੀਦਾ? ਨੂੰ। ਹਾਂ ਮਿਲਣਾ ਚਾਹੀਦਾ ਹਾਂ। ਇੱਕ ਅੱਛਾ ਦਰਬਾਰ ਸਾਹਿਬ ਸਾਰੇ ਕੈਂਡੀਡੇਟਸ ਬੁਲਾਏ ਸੀ, ਕਹਿੰਦੇ ਸਿੱਧੂ ਨਜ਼ਰ ਨਹੀਂ ਆਏ, ਉੱਥੇ ਕੀ ਗੱਲ ਰਹੀ? ਮੈਂ ਥੋੜਾ ਜਿਹਾ ਇੱਧਰ ਉਲਝਿਆ ਹੋਇਆ, ਤੁਹਾਨੂੰ ਪਤਾ ਨਵੇਂ ਬੰਦੇ ਆਏ ਤਾਂ ਥੋੜਾ ਜਿਹਾ ਕੰਪੇਨ 'ਚ ਲੱਗਿਆ ਹੋਇਆ ਸੀਗਾ ਮੈਂ ਥੋੜਾ ਜਿਹਾ ਹੋਰ ਕੋਈ। ਤਾਂ ਆਖਿਰ ਦੇ ਵਿੱਚ ਸਿੱਧੂ ਕੀ ਸੁਨੇਹਾ ਮਾਨਸਾ ਵਾਸੀਆਂ ਨੂੰ ਦੇਣਾ ਚਾਹੁੰਦੇ ਹੈਗੇ ਹੋ? ਭਰੋਸਾ ਕਿਉਂ ਕਰਨ? ਕਿਉਂਕਿ ਸੈਲੀਬ੍ਰਿਟੀ ਕਰਕੇ ਡਰਦੇ ਵੀ ਹੈਗੇ ਨੇ ਕਿਤੇ ਐਵੇਂ ਨਾ ਹੋਵੇ ਸਿੱਧੂ ਛੱਡ ਕੇ ਚਲਾ ਜਾਵੇ, ਤਾਂ ਵਿਸ਼ਵਾਸ ਜਤਾਉਂਦੇ ਹੋ ਕਿ ਸਿੱਧੂ ਇੱਥੇ ਹੀ ਰਹੂਗਾ? ਹਾਂ ਮੈਂ ਸਿੱਧੂ ਤਾਂ ਪਹਿਲਾਂ ਵੀ ਇੱਥੇ ਸੀ ਵੋਟਾਂ ਤੋਂ ਜੀ, ਮਗਰੋਂ ਵੀ ਇੱਥੇ ਹੀ ਰਹੂਗਾ। ਤੇ ਬਾਕੀ ਡਰਨ ਵਾਲੀ ਕੋਈ ਗੱਲ ਨਹੀਂ, ਡਰਦੇ ਡਰਦੇ ਕੋਈ ਨਹੀਂ। ਬਾਕੀ ਵਾਹਿਗੁਰੂ ਦੇ ਜੋ ਸਾਡੀ ਕਿਸਮਤ 'ਚ ਲਿਖਿਆ ਉਹ ਅਸੀਂ ਕੋਈ ਮਿਟਾ ਨਹੀਂ ਸਕਦਾ। ਹਾਂ ਥੈਂਕ ਯੂ। ਬਹੁਤ ਧੰਨਵਾਦ। ਤਾਂ ਸ਼ੁਭਦੀਪ ਸਿੱਧੂ ਮੂਸੇਵਾਲਾ ਮੈਦਾਨ ਦੇ ਵਿੱਚ ਨੇ, ਲੋਕਾਂ ਦੇ ਵਿੱਚ ਵਿਚਰ ਰਹੇ ਨੇ, ਤਾਂ ਤੁਸੀਂ ਕ੍ਰੇਜ਼ ਵੇਖ ਸਕਦੇ ਹੈਗੇ। ਕਵਾਂਗਾ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਦਿਓ, ਤਾਂ ਕ੍ਰੇਜ਼ ਜਿਹੜਾ ਹੈਗਾ ਲੋਕਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਨਜ਼ਰ ਆ ਰਿਹਾ ਹੈ ਜਦੋਂ ਆ ਕੇ ਪ੍ਰਚਾਰ ਕਰ ਰਹੇ ਨੇ, ਆ ਕੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ, ਤਾਂ ਇੱਕ ਵੱਖਰਾ ਹੀ ਕ੍ਰੇਜ਼ ਜਿਹੜਾ ਹੈ ਉਹਨਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਤਾਂ ਪਿੰਡਾਂ ਦੇ ਵਿੱਚ ਜਾ ਕੇ ਹੁਣ ਇਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਤਾਂ ਸ਼ੁਭਦੀਪ ਨੂੰ ਲੋਕ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਪਸੰਦ ਕਰਦੇ ਨੇ, ਇਹ ਤਾਂ ਨਤੀਜਾ 10 ਮਾਰਚ ਨੂੰ ਹੀ ਆਵੇਗਾ। ਪਰ ਉਸ ਤੋਂ ਪਹਿਲਾਂ ਆਪਣੀ ਕਿਸਮਤ ਦਾ ਸਿੱਕਾ ਅਜ਼ਮਾਉਣ ਦੇ ਲਈ ਸਿੱਧੂ ਮੂਸੇਵਾਲਾ ਚੋਣ ਮੈਦਾਨ ਦੇ ਵਿੱਚ ਨੇ, ਮਾਨਸਾ ਦੇ ਵਿੱਚ ਉਤਰੇ ਹੋਏ ਨੇ। ਔਰ ਮਾਨਸਾ ਦੇ ਵਿੱਚ ਤੁਸੀਂ ਤਸਵੀਰ ਜਿਹੜੀ ਆ ਉਹ ਸ਼ੁਭਦੀਪ ਦੀ ਵੇਖ ਸਕਦੇ ਹੋ।